ਜਿਹੜਾ ਸਿੱਖ ਕੌਮ ਨੇ ਇਤਰਾਜ਼ ਕੀਤਾ ਸੀ ਕਿ ਉਹਨੇ पोशाक पा के गुरु गोबिंद सिंह ਦਾ ਬਰਾਬਰੀ ਕੀਤੀ। ਇਸ ਗੱਲ ਦੇ ਉੱਤੇ ਜਿਹੜੀ ਹੈ ਸਾਡੇ ਲੋਕਾਂ ਨੇ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਕਿ ਉਹ पोशाक ਪਾ ਕੇ ਗੁਰੂ ਗੋਬਿੰਦ ਸਿੰਘ ਬਣਨ ਦੀ ਕੋਸ਼ਿਸ਼ ਕਰ ਰਿਹਾ। ਔਰ ਇਹ ਨੋਟਿਸ ਦੇ ਵਿੱਚ ਕੀ ਕਹਿ ਰਿਹਾ ਕਿ ਸਾਡੇ ਗੁਰੂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨਾ ਬਲਾਸਫੇਮੀ ਸੀ। ਇਸ ਤੋਂ ਵੱਡਾ ਹੰਕਾਰ ਵੀ ਕਿਸੇ ਨੂੰ ਹੋ ਸਕਦਾ। ਪਰ ਜਿਹੜੇ ਐਂਗਲ ਦਿੱਤੇ ਗਏ ਆ ਉਹਨਾਂ ਤੋਂ ਪਤਾ ਲੱਗਦਾ ਕਿ ਹਾਲੇ ਵੀ ਸਿੱਖ ਧਰਮ ਦੇ ਖਿਲਾਫ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ। ਮੈਂ ਸਮਝਦਾ ਕਿ ਮਾਫੀ ਮੰਗ ਕੇ ਫਾਇਦਾ ਸਾਡਾ ਘੱਟ ਕੀਤਾ, ਕਿਉਂਕਿ ਸਾਨੂੰ ਆਪਣਾ ਨਹੀਂ ਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੋਈ ਇਸ ਗੱਲ ਦੀ ਜਿੱਦ ਹੈ ਕਿ ਜ਼ਰੂਰੀ ਮੇਰੇ ਕੋਲੋਂ ਕੋਈ ਅਪੋਲੋਜਾਈਜ਼ ਕਰੇ। ਲੇਕਿਨ ਜੋ ਭਾਸ਼ਾ ਇਹਦੇ ਵਿੱਚ ਵਰਤੀ ਗਈ ਹੈ ਉਹ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣਾ। ਜਿਹੜਾ ਗੁਰਮੀਤ ਰਾਮ ਰਹੀਮ ਦੇ ਬਾਰੇ 'ਚ ਜਿਹੜਾ ਆਲਰੇਡੀ ਇੱਕ ਰੇਪ ਦੇ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ, ਕਿਉਂਕਿ ਸਟਾਰਟਿੰਗ ਦੇ ਉੱਤੇ ਜਿਸ ਤਰੀਕੇ ਪੈਰਾ 3 ਦੇ ਵਿੱਚ ਜ਼ਿਕਰ ਕੀਤਾ ਗਿਆ, ਆਈ ਕੇਮ ਟੂ ਨੋ ਅਬਾਊਟ ਏ ਪੋਲੀਟੀਸ਼ੀਅਨ ਨੇਮਡ ਸੁਖਬੀਰ ਸਿੰਘ ਬਾਦਲ, ਤੇ ਮੈਂ ਉਹਨੂੰ ਕਦੀ ਮਿਲੀ ਨਹੀਂ, ਕਦੀ ਫਿਜ਼ੀਕਲੀ ਦੇਖਿਆ ਨਹੀਂ ਕਿ 2007 ਤੋਂ ਲੈ ਕੇ 2017 ਤੱਕ ਜਿਹੜਾ ਰਾਜ ਸੀ ਪੰਜਾਬ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦਾ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿੱਚ ਸੀ। ਕਿ ਸਾਡੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਬੜੀ ਪੱਕੀ ਦੁਸ਼ਮਣੀ ਹੈ, ਉਹ ਰਾਮ ਰਹੀਮ ਦੇ ਖਿਲਾਫ ਹੈ ਪੱਕੇ ਤੌਰ 'ਤੇ। ਇਸ ਕਰਕੇ ਔਰ ਸਟਾਰਟਿੰਗ ਜਿਹੜੀ ਆ ਉਹ ਹੋਰ ਲਹਿਜੇ ਦੇ ਨਾਲ ਕੀਤੀ ਗਈ ਹੈ। ਬਾਅਦ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ, ਜਦੋਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਬਕਾ ਡੀਜੀਪੀ ਸ਼ਸ਼ੀਕਾਂਤ ਨੇ ਔਨ ਰਿਕਾਰਡ ਆ ਕੇ ਟੈਲੀਵਿਜ਼ਨ ਚੈਨਲ ਦੇ ਉੱਤੇ ਲੜਾਈ ਕਰ ਦਿੱਤਾ ਸੀ ਕਿ ਮੈਂ ਕਦੀ ਵੀ ਇਹ ਐਲੀਗੇਸ਼ਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਨਹੀਂ ਦਿੱਤਾ। ਆਫ ਹਿਜ਼ ਹੋਲੀਨੈਸ ਮਾਈ ਗੁਰੂ ਜੀ ਰਾਮ ਰਹੀਮ, ਜਿਹੜਾ ਰੇਪ ਦੇ ਮੁਕੱਦਮਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਯਾਫਤਾ, ਔਰ ਇੱਕ ਰਾਜਨੀਤਿਕ ਸਾਜ਼ਿਸ਼ ਜਿਹੜੀ ਹੈ ਉਸ ਤਰੀਕੇ ਇੱਕ ਪੰਜਾਬ ਦੇ ਵਿੱਚ ਮਾਹੌਲ ਪੈਦਾ ਕਰਨਾ, ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ 13 ਸਾਲਾਂ ਬਾਅਦ ਇਸ ਵਿਵਾਦ ਦੇ ਵਿੱਚ ਫਿਰ ਬਿਨਾਂ ਮਤਲਬ ਤੋਂ ਘਸੀਟ ਕੇ ਰਾਜਨੀਤਿਕ ਲਾਹਾ ਲੈਣਾ, ਇਹ ਚੀਜ਼ਾਂ ਜਦੋਂ ਮੈਂ ਹੁਣ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗਾ ਤੇ ਤੁਹਾਨੂੰ ਵੀ ਪਤਾ ਲੱਗੇਗਾ ਕਿ ਬੜੀ ਗੰਭੀਰ ਸਾਜ਼ਿਸ਼ ਜਿਹੜੀ ਹੈ ਫਿਰ ਸਿੱਖ ਧਰਮ ਦੇ ਖਿਲਾਫ, ਸਿੱਖ ਗੁਰੂ ਸਾਹਿਬਾਨ ਦੇ ਖਿਲਾਫ ਹਾਲੇ ਵੀ ਅੱਜ ਜਿਹੜੀ ਹੈ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਵੈਸੇ ਤਾਂ ਜਦੋਂ ਵੀ ਕੋਈ ਲੀਗਲ ਨੋਟਿਸ ਦਿੱਤਾ ਜਾਂਦਾ ਤੇ ਉਸ ਵਿਅਕਤੀ ਨੂੰ ਪਤਾ ਹੋਵੇ ਕਿ ਮੈਂ ਗਲਤ ਐਲੀਗੇਸ਼ਨ ਲਗਾਈ ਆ, ਤੇ ਬੜੇ ਸਿੰਪਲ ਇਮਾਨਦਾਰੀ ਦੇ ਨਾਲ ਸਾਦੇ ਸ਼ਬਦਾਂ ਦੇ ਵਿੱਚ ਹਮੇਸ਼ਾ ਅਨਕੰਡੀਸ਼ਨਲ ਅਪੋਲੋਜੀ ਜਿਹੜੀ ਆ ਉਹ ਟੈਂਡਰ ਕੀਤੀ ਜਾਂਦੀ ਆ। ਚਲੋ ਤੁਹਾਡੇ ਕੋਲ ਕੋਈ ਸਬੂਤ ਨਾ ਹੋਵੇ, ਤੁਸੀਂ ਕੋਈ ਜਸਟੀਫਿਕੇਸ਼ਨ ਨਾ ਦੇ ਸਕੋ, ਤੇ ਹਮੇਸ਼ਾ ਹੁੰਦਾ ਕਿ ਕਹਿਣ ਵਾਲਾ ਘੱਟੋ ਘੱਟ ਇਸ ਇਮਾਨਦਾਰੀ ਦੇ ਨਾਲ ਗੱਲ ਕਹਿੰਦਾ ਕਿ ਸਾਰਿਆਂ ਨੂੰ ਲੱਗਦਾ ਕਿ ਨਹੀਂ ਜੇ ਗਲਤੀ ਹੋਈ ਹੈ ਤਾਂ ਠੀਕ ਹੈ, ਵਾਕਈ ਉਹਨੇ ਅਪੋਲੋਜਾਈਜ਼ ਕੀਤਾ। ਪਰ ਇੱਥੇ ਅਪੋਲੋਜੀ ਤਾਂ ਦਿੱਤੀ ਹੈ ਕਿ ਇਸ ਤੋਂ ਡਰਦੇ ਆ, ਪਰ ਜਿਹੜੇ ਐਂਗਲ ਦਿੱਤੇ ਗਏ ਆ ਉਹਨਾਂ ਤੋਂ ਪਤਾ ਲੱਗਦਾ ਕਿ ਹਾਲੇ ਵੀ ਸਿੱਖ ਧਰਮ ਦੇ ਖਿਲਾਫ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ। ਜਿਹੜੀ ਸ਼ੁਰੂਆਤ ਹੋਈ ਹੈ ਉਹਦੇ ਵਿੱਚ ਹੀ ਜਿਹੜੀ ਹੈ ਮੈਂ ਸਮਝਦਾ ਕਿ ਮਾਫੀ ਮੰਗ ਕੇ ਫਾਇਦਾ ਸਾਡਾ ਘੱਟ ਕੀਤਾ, ਕਿਉਂਕਿ ਸਾਨੂੰ ਆਪਣਾ ਨਹੀਂ ਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੋਈ ਇਸ ਗੱਲ ਦੀ ਜਿੱਦ ਹੈ ਕਿ ਜ਼ਰੂਰੀ ਮੇਰੇ ਕੋਲੋਂ ਕੋਈ ਅਪੋਲੋਜਾਈਜ਼ ਕਰੇ। ਲੇਕਿਨ ਜੋ ਭਾਸ਼ਾ ਇਹਦੇ ਵਿੱਚ ਵਰਤੀ ਗਈ ਹੈ ਉਹ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਵਾਲੀ, ਜਿਹਨੂੰ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਕਦੀ ਐਕਸੈਪਟ ਕਰ ਸਕਦਾ, ਨਾ ਕੋਈ ਹੋਰ ਹੀ ਗੁਰੂ ਦੇ ਵਿੱਚ ਆਸਥਾ ਰੱਖਣ ਵਾਲਾ ਕੋਈ ਵੀ ਨਾਨਕ ਨਾਮ ਲੇਵਾ ਕਦੀ ਵੀ ਐਕਸੈਪਟ ਕਰ ਸਕਦਾ। ਇਹਦੇ ਵਿੱਚ ਦੇਖੋ ਕਿਹਾ ਕੀ ਜਾ ਰਿਹਾ, ਜਿਹੜਾ ਗੁਰਮੀਤ ਰਾਮ ਰਹੀਮ ਦੇ ਬਾਰੇ 'ਚ ਜਿਹੜਾ ਆਲਰੇਡੀ ਇੱਕ ਰੇਪ ਦੇ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ, ਉਹਦੇ ਬਾਰੇ ਕੀ ਕਹਿ ਰਿਹਾ ਕਿ ਆਈ ਕੰਸੀਡਰ ਹਿਮ ਐਜ਼ ਮਾਈ ਗੁਰੂ, ਏ ਟਰੂ ਸੇਂਟ ਐਂਡ ਓਨਲੀ ਆਲਮਾਈਟੀ ਗॉड। ਕਿਉਂਕਿ ਜਿਹੜਾ ਸਾਨੂੰ ਜਿਸ ਧਰਮ ਨੂੰ ਤੁਸੀਂ ਲਿਖ ਰਹੇ ਹੋ ਲੈਟਰ, ਇਹ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ,
ਸਾਨੂੰ ਜਿਹੜੀ ਪਰਿਭਾਸ਼ਾ ਗੁਰੂ ਨਾਨਕ ਸਾਹਿਬ ਨੇ ਆਲਮਾਈਟੀ ਗॉड ਦੀ ਦਿੱਤੀ ਆ, ਉਹ ਮੂਲ ਮੰਤਰ ਦੇ ਵਿੱਚ ਦੇ ਦਿੱਤੀ ਆ ਉਹਨਾਂ ਨੇ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਸ ਕਰਕੇ ਇੱਥੇ ਉਸ ਵਿਅਕਤੀ ਨੂੰ ਸਾਨੂੰ ਰਿਟਨ ਦੇ ਵਿੱਚ ਨੋਟਿਸ ਦੇ ਵਿੱਚ ਜਵਾਬ ਦੇ ਵਿੱਚ ਦੇਣਾ ਕਿ ਆਲਮਾਈਟੀ ਗॉड ਜਿਹੜਾ ਹੈ ਉਹ ਰਾਮ ਰਹੀਮ ਹੈ। ਮੈਂ ਸਮਝਦਾ ਇਸ ਤੋਂ ਵੱਡੀ ਕੋਈ ਜਿਹੜੀ ਆ ਭਾਵਨਾ ਨੂੰ ਹਰਟ ਕਰਨ ਵਾਲੀ ਗੱਲ ਸਾਡੇ ਵਾਸਤੇ ਕੋਈ ਹੋਰ ਨਹੀਂ ਹੋ ਸਕਦੀ। ਔਰ ਲਿਖਤੀ ਰੂਪ ਦੇ ਵਿੱਚ ਤੁਸੀਂ ਦੇ ਰਹੇ ਹੋ, ਸਿੱਖ ਗੁਰੂ ਸਾਹਿਬਾਨਾਂ ਦੀ ਹੋਂਦ ਨੂੰ ਮੰਨ ਕੇ ਤੇ ਉੱਤੇ ਤੁਸੀਂ ਇਹ ਕਹਿ ਰਹੇ ਹੋ ਕਿ ਆਲਮਾਈਟੀ ਗॉड ਉੱਤੇ ਉਹ ਸੰਤ ਰਾਮ ਰਹੀਮ ਹੈ। ਔਰ ਜਿਹੜੀ ਇਹਦੀ ਭਾਸ਼ਾ ਹੈ ਸਟਾਰਟਿੰਗ ਦੇ ਵਿੱਚ, ਉੱਥੋਂ ਹੀ ਲੱਗਦਾ ਹੈ ਕਿ ਕਿਸੇ ਪੋਲੀਟੀਕਲ ਪਾਰਟੀ ਦੀ ਸਾਜ਼ਿਸ਼ ਹੈ, ਕਿਉਂਕਿ ਸਟਾਰਟਿੰਗ ਦੇ ਉੱਤੇ ਜਿਸ ਤਰੀਕੇ ਪੈਰਾ 3 ਦੇ ਵਿੱਚ ਜ਼ਿਕਰ ਕੀਤਾ ਗਿਆ, I came to know about a politician named ਸੁਖਬੀਰ ਸਿੰਘ ਬਾਦਲ, ਤੇ ਮੈਂ ਉਹਨੂੰ ਕਦੀ ਮਿਲੀ ਨਹੀਂ, ਕਦੀ ਫਿਜ਼ੀਕਲੀ ਦੇਖਿਆ ਨਹੀਂ। ਫਿਰ ਕਈ ਅਕਾਲੀ ਦਲ ਤੁਰੇ ਫਿਰਦੇ ਆ, ਇਸ ਤਰ੍ਹਾਂ ਦੀ ਭਾਸ਼ਾ ਹੈ ਇਹਦੇ ਵਿੱਚ। Moreover, I have listened about following various Akali Dal and Shromani Akali Dal, and I am not pretty much sure that Sukhbir Singh Badal is actually belong to which Akali Dal। मतलब किते भी कोई ईमानदारी दी सच्चाई दी नहीं। अकाली दलों के नाम लिखे है, ये टकसाली अकाली दल का भी लिखा, यूनीफाइड अकाली दल का भी लिखा, होर भी अकाली दलों के नाम लिखे। वो तो पता ਇਹੋ ਜਿਹੇ ਅਕਾਲੀ ਦਲ ਵੀ ਲਿਖੇ ਜਿਹੜੇ ਸਾਨੂੰ ਵੀ ਨਹੀਂ ਲੱਭਣੇ ਪੈਂਦੇ ਆ, ਪਰ ਸ਼੍ਰੋਮਣੀ ਅਕਾਲੀ ਦਲ ਕੌਣ ਹੈ ਉਹ ਨਹੀਂ ਪਹਿਲਾਂ। ਔਰ ਆਪਣੇ ਹੀ ਨੋਟਿਸ ਦੇ ਵਿੱਚ 12 ਨੰਬਰ ਦੇ ਉੱਤੇ ਜਾ ਕੇ 12ਵੇਂ ਪੈਰੇ ਦੇ ਵਿੱਚ ਫਿਰ ਜ਼ਿਕਰ ਵੀ ਹੁੰਦਾ ਕਿ that I have observed being alleged leader of ruling party in Punjab from 2007 to 2017 ਸਰਦਾਰ ਸੁਖਬੀਰ ਸਿੰਘ ਬਾਦਲ ਜੀ and their government। 12ਵੇਂ ਪੈਰੇ 'ਚ ਆ ਕੇ ਲੱਭ ਵੀ ਗਿਆ ਕਿ 2007 ਤੋਂ ਲੈ ਕੇ 2017 ਤੱਕ ਜਿਹੜਾ ਰਾਜ ਸੀ ਪੰਜਾਬ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦਾ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਉਹਦੇ ਵਿੱਚ ਸੀ। ਪਰ ਸਟਾਰਟਿੰਗ ਦੇ ਵਿੱਚ ਜਿਹੜੀ ਹੈ ਉੱਥੋਂ ਹੀ ਲੱਗਦਾ ਹੈ ਕਿ ਜਿਹੜੇ ਸਾਡੇ ਵਿਰੋਧੀ ਆ ਉਹਨਾਂ ਦਾ ਹੱਥ ਜਿਹੜਾ ਇਹਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿ ਅਕਾਲੀ ਦਲ ਨੂੰ ਹੀ, ਸਾਡੀ ਲੀਡਰਸ਼ਿਪ ਨੂੰ ਹੀ ਇਸ ਤਰੀਕੇ ਜਿਹੜੀ ਹੈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਮੈਨੂੰ ਤਾਂ ਪਤਾ ਹੀ ਨਹੀਂ ਵੀ ਕਿਹੜੇ ਅਕਾਲੀ ਦਲ ਹੈ, ਕਈ ਅਕਾਲੀ ਦਲ ਇੱਥੇ ਤੁਰੇ ਫਿਰਦੇ ਆ। ਚਲੋ ਖੈਰ ਇਸ ਗੱਲ 'ਤੇ ਸਾਨੂੰ ਉਹਨਾਂ ਦਾ ਆਪਣਾ ਵੇ ਆਫ ਐਕਸਪ੍ਰੈਸ਼ਨ ਹੈ, ਪਰ ਇੱਥੇ ਆਪਣਾ ਹੀ ਸਵੈ ਵਿਰੋਧੀ ਜਿਹੜੇ ਗੱਲਾਂ ਲਿਖ ਕੇ ਕਿ ਇੱਕ ਥਾਂ 'ਤੇ ਤੁਸੀਂ ਗੌਰਮੈਂਟ ਦਾ ਵੀ ਜ਼ਿਕਰ ਕਰ ਰਹੇ ਹੋ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਉਹਦੇ ਵਿੱਚ ਸ਼ਮੂਲੀਅਤ ਦਾ ਜ਼ਿਕਰ ਕਰ ਰਹੇ ਹੋ, ਤੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮੈਂ ਉਹਨੂੰ ਜਾਣਦੇ ਨਹੀਂ, ਕਦੀ ਮੈਂ ਦੇਖਿਆ ਨਹੀਂ, ਕਦੀ ਮੈਂ ਸੁਣਿਆ ਨਹੀਂ। ਇਸ ਕਰਕੇ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਲਿਖੀਆਂ ਜਾਂਦੀਆਂ। ਔਰ ਇਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ 11 ਪੈਰੇ ਦੇ ਵਿੱਚ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਲਵੇਜ਼ ਐਕਸਪ੍ਰੈਸਡ ਹਿਜ਼ ਐਨੀਮਸਟੀ ਬਿਹੇਵੀਅਰ ਵਿਦ ਦੀ ਫਾਰਮਰ, ਸੋ ਦੀ ਐਨਮੀਸੀ ਐਕਟ ਆਫ ਸੈਂਡਿੰਗ ਏ ਕ੍ਰਿਮੀਨਲ ਡੈਫਮੇਸ਼ਨ ਨੋਟਿਸ ਟੂ ਏ ਕਾਮਨ ਸਿਟੀਜ਼ਨ, ਕਿ ਸਾਡੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਬੜੀ ਪੱਕੀ ਦੁਸ਼ਮਣੀ ਹੈ, ਕਿ ਉਹ ਰਾਮ ਰਹੀਮ ਦੇ ਖਿਲਾਫ ਹੈ ਪੱਕੇ ਤੌਰ 'ਤੇ। ਇਸ ਕਰਕੇ ਔਰ ਸਟਾਰਟਿੰਗ ਜਿਹੜੀ ਆ ਉਹ ਹੋਰ ਲਹਿਜੇ ਦੇ ਨਾਲ ਕੀਤੀ ਗਈ ਹੈ, ਬਾਅਦ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ। ਲੇਕਿਨ ਕਿਤੇ ਵੀ ਜਿਹੜੀ ਹੈਗੀ ਆ, ਜਿਹੜੀ ਗੱਲ ਐਲੀਗੇਸ਼ਨ ਲਾਈ ਗਈ ਸੀ ਇੰਟਰਵਿਊ ਦੇ ਵਿੱਚ, ਉਹਨੂੰ ਆਪਣੀ ਜਸਟੀਫਿਕੇਸ਼ਨ ਨਹੀਂ ਦੇ ਸਕੇ। ਸ਼ਸ਼ੀ ਕਾਂਤ ਦਾ ਨਾਮ ਲੈ ਕੇ ਵਾਰ-ਵਾਰ ਫਿਰ ਗੱਲ ਰਿਪੀਟ ਕੀਤੀ ਗਈ ਆ, ਜਦੋਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਨੇ ਔਨ ਰਿਕਾਰਡ ਆ ਕੇ ਟੈਲੀਵਿਜ਼ਨ ਚੈਨਲ ਦੇ ਉੱਤੇ ਡਿਨਾਈ ਕਰ ਦਿੱਤਾ ਸੀ ਕਿ ਮੈਂ ਕਦੀ ਵੀ ਇਹ ਐਲੀਗੇਸ਼ਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਨਹੀਂ ਲਾਈ। ਲੇਕਿਨ ਸਭ ਤੋਂ ਜਿਹੜੀ ਦੁਖਦਾਈ ਗੱਲ ਕਿਹੜੀ ਆ ਉਹ ਮੈਂ ਤੁਹਾਨੂੰ ਪੜ੍ਹਨ ਲੱਗਿਆ ਕਿ ਜਿਹਨੂੰ ਕੋਈ ਸਿੱਖ ਸੁਣ ਵੀ ਨਹੀਂ ਸਕਦਾ, ਐਡੀ ਸੀਰੀਅਸ ਗੱਲ ਆ ਕਿ ਹੈਂਕੜਬਾਜੀ ਦੇਖੋ ਲਿਖਣ ਵਾਲਿਆਂ ਦੀ ਕਿ ਕਿਸ ਤਰੀਕੇ ਜਿਹੜਾ ਹੈਗਾ ਉਹ ਗੁਰੂਆਂ ਨੂੰ ਸੰਬੋਧਨ ਕਰ ਰਿਹਾ। ਇਹਦੇ ਵਿੱਚ 17 ਪੈਰੇ ਦੇ ਵਿੱਚ ਜ਼ਿਕਰ ਹੈ that the act of doing intentional comparison of His Holiness my Guru Ji, of His Holiness my Guru Ji ਰਾਮ ਰਹੀਮ, ਜਿਹੜਾ ਰੇਪ ਦੇ ਮੁਕੱਦਮਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਯਾਫਤਾ,
that the act of doing intentional comparison of His Holiness my Guruji with His Holiness Sahib Shri Guru Gobind Singh Ji is the actual alleged blasphemous act। ਜਿਹੜਾ ਸਿੱਖ ਕੌਮ ਨੇ ਇਤਰਾਜ਼ ਕੀਤਾ ਸੀ ਕਿ ਉਹਨੇ ਪੋਸ਼ਾਕ ਪਾ ਕੇ ਗੁਰੂ ਗੋਬਿੰਦ ਸਿੰਘ ਦਾ ਬਰਾਬਰੀ ਕੀਤੀ ਹੈ, ਇਸ ਗੱਲ ਦੇ ਉੱਤੇ ਜਿਹੜੀ ਹੈ ਸਾਡੇ ਲੋਕਾਂ ਨੇ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਕਿ ਉਹ ਪੋਸ਼ਾਕ ਪਾ ਕੇ ਗੁਰੂ ਗੋਬਿੰਦ ਸਿੰਘ ਬਣਨ ਦੀ ਕੋਸ਼ਿਸ਼ ਕਰ ਰਿਹਾ। ਔਰ ਇਹ ਨੋਟਿਸ ਦੇ ਵਿੱਚ ਕੀ ਕਹਿ ਰਿਹਾ ਕਿ ਸਾਡੇ ਗੁਰੂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨਾ ਬਲਾਸਫੇਮਸ ਹੈ। ਇਸ ਤੋਂ ਵੱਡਾ ਹੰਕਾਰ ਵੀ ਕਿਸੇ ਨੂੰ ਕੋਈ ਹੋ ਸਕਦਾ, ਇਸ ਤੋਂ ਵੱਡੀ ਬਲਾਸਫੇਮੀ ਵੀ ਕੋਈ ਹੋ ਸਕਦੀ ਹੈ। which has been intentionally ignored in the investigation। ਇਹ ਕਹਿੰਦੇ ਕਿ ਇਸ ਚੀਜ਼ ਦੀ ਜਾਂਚ ਕੀਤੀ ਜਾਣੀ ਚਾਹੀਦੀ ਸੀ ਕਿ ਸਾਡੇ ਗੁਰੂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕੀਤਾ ਗਿਆ। ਕੋਈ ਸੋਚ ਸਕਦੇ ਕਿ ਕੋਈ ਜਿਹੜਾ ਨਾਰਮਲ ਬੰਦਾ ਇਹੋ ਜਿਹੀ ਗੱਲ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਬਾਰੇ 'ਚ ਅੱਜ ਦੇ ਸਮੇਂ ਦੇ ਵਿੱਚ ਵੀ ਕਰ ਸਕਦਾ? ਹੁਣ ਇਹ ਦੇਖੋ ਕਿ ਸਾਡੇ ਕੋਲੋਂ ਮਾਫੀ ਮੰਗੀ ਗਈ ਹੈ ਕਿ ਸਾਡੀਆਂ ਜ਼ਖਮਾਂ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਮਿਰਚਾਂ ਪਾਈਆਂ ਗਈਆਂ। ਕੱਲਾ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ 'ਚ ਇਹ ਲਫ਼ਜ਼ ਨਹੀਂ ਲਿਖੇ ਗਏ। ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਲ 19 ਪਹਿਰੇ ਦੇ ਵਿੱਚ ਜਿਹੜਾ ਕੰਪੈਰੀਜ਼ਨ ਕੀਤਾ ਗਿਆ, in a similar concept as His Holiness Shri Guru Nanak Dev Ji has blessed Ganika, a prostitute, my Guruji has motivated youngster to rescue and rehabilitate the destitute female engaged in forced prostitution। कि जिस तरीके गणिका नूं गुरु नानक देव जी ने ब्लैस किया सी, इसे तरह ही जिहड़ा राम रहीम जिन्हों वो अपना गुरु कह रहे बार बार, सानू तो शर्म आउंदी है कि तुसीं मुकाबला कर रहे हो गुरु नानक देव जी दे नाल। और जिहड़े उहदे पाप है, जिहड़े माड़े काम उहने कीते, उन्हां दी जिहड़ी सज़ा हुई, जेल हुई, ਉਹਨੂੰ ਤੁਸੀਂ ਜਸਟੀਫਾਈ ਕਰਨ ਵਾਸਤੇ ਕਿ ਉਹਦਾ ਉਹ ਕੰਮ ਠੀਕ ਹੈ, ਉਹਨੂੰ ਤੁਸੀਂ ਕੰਪੇਅਰ ਕਰ ਰਹੇ ਹੋ ਗੁਰੂ ਨਾਨਕ ਸਾਹਿਬ ਨਾਲ। ਹਾਲੇ ਕਿ ਗੁਰੂ ਨਾਨਕ ਸਾਹਿਬ ਦਾ ਔਰ ਗਣਿਕਾ ਨੂੰ ਬਲੈਸ ਕਰਨ ਦਾ ਸਿੱਧਾ ਰੈਫਰੈਂਸ ਕਿਤੇ ਵੀ ਸਿੱਖ ਸਕ੍ਰਿਪਚਰਸ ਦੇ ਵਿੱਚ ਨਹੀਂ ਆਉਂਦਾ। ਗੁਰਬਾਣੀ ਦੇ ਵਿੱਚ ਪੁਰਾਣੀਆਂ ਜਿਹੜੀਆਂ ਕਥਾਵਾਂ ਨੇ, ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖੀਆਂ, ਉਹਦਾ ਹਵਾਲਾ ਦੇ ਕੇ ਜਿਹੜੇ ਕੋਈ ਸ਼ਬਦ ਗੁਰਬਾਣੀ ਦੇ ਵਿੱਚ ਥਾਂ ਥਾਂ 'ਤੇ ਆਉਂਦੇ ਆ, ਲੇਕਿਨ ਸਿੱਧਾ ਗੁਰੂ ਸਾਹਿਬ ਨੇ ਕਿਸੇ ਗਣਿਕਾ ਨੂੰ ਇਸ ਤਰੀਕੇ ਬਲੈਸ ਕੀਤਾ ਹੋਵੇ ਜਿਹੜੀ ਵੇਸਵਾ ਸੀ, ਇਹਦਾ ਜ਼ਿਕਰ ਨਹੀਂ ਆਉਂਦਾ। ਵੈਸੇ ਹਵਾਲੇ ਗੁਰਬਾਣੀ ਦੇ ਵਿੱਚ ਹੈ ਨੇ, ਅਜਾਮਲ ਗਣਿਕਾ ਜੇ ਸਿਮਰਤ ਮੁਕਤ ਭਏ ਜੀ ਜਾਨੋ। ਹੋਰ ਵੀ ਜਿਹੜੀ ਆ ਅੱਗੇ ਜਾ ਕੇ ਕੁਛ ਹਵਾਲੇ ਆਉਂਦੇ ਆ, ਸੁਆ ਪੜਾਵਤ ਗਣਿਕਾ ਤਰੀ ਜਾਂ ਕੋ ਸਿਮਰ ਅਜਾਮਲ ਉਧਰਿਓ ਗਣਿਕਾ ਹੂ ਗਤ ਪਾਈ ਰਹਾਓ। ਲੇਕਿਨ ਜੋ ਇੱਥੇ ਮੈਂਸ਼ਨ ਕੀਤਾ ਗਿਆ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੇ ਪਾਪ ਗੁਰਮੀਤ ਰਾਮ ਰਹੀਮ ਨੇ ਕੀਤੇ ਆ, ਉਹਨੂੰ ਕੰਪੇਅਰ ਕਰਕੇ ਇਹ ਮੈਂ ਸਮਝਦਾ ਬਹੁਤ ਵੱਡਾ ਗੁਨਾਹ ਆ, ਬੱਜਰ ਗੁਨਾਹ ਆ, ਔਰ ਇਹ ਸਾਰੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਹਰਟ ਕਰਨ ਵਾਲੀ ਗੱਲ। ਇਸ ਕਰਕੇ ਇੱਕ ਤਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਹੈ ਕਿ ਅਸੀਂ ਪਾਰਟੀ ਵੱਲੋਂ ਕੱਲ੍ਹ ਤੋਂ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜੇ ਹੈਗੇ ਆ 295A ਦੇ ਅੰਦਰ ਇਹਨਾਂ ਦੇ ਖਿਲਾਫ ਜਿਹੜੇ ਆ ਬੀਬੀ ਵੀਰਪਾਲ ਕੌਰ ਦੇ ਖਿਲਾਫ 295A ਦੇ ਤਹਿਤ ਕ੍ਰਿਮੀਨਲ ਫੌਜਦਾਰੀ ਕੇਸ ਰਜਿਸਟਰ ਕਰਨ ਵਾਸਤੇ ਐਪਲੀਕੇਸ਼ਨ ਦਿਆ। ਅਸੀਂ ਕੱਲ੍ਹ ਡਰਾਫਟ ਕਰ ਲਾਂਗੇ, ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਸਾਡੇ ਲੀਡਰ ਜਿਹੜੇ ਆ ਉਹ ਦਿਆਂਗੇ, ਕਿਉਂਕਿ ਇਹ ਚੀਜ਼ਾਂ ਕਦੀ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਡੇਰਾ ਵੀ ਇਹਨੂੰ ਇੱਕ ਪਾਸੇ ਲੈਟਰ ਲਿਖ ਕੇ ਡਿਸਆਊਂਡ ਕਰ ਰਿਹਾ, ਫਿਰ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਇਹਨੂੰ ਲਿਆ ਕੇ ਟੈਲੀਵਿਜ਼ਨਾਂ 'ਤੇ ਪੇਸ਼ ਕਰ ਕਰਕੇ ਇਸ ਬੀਬੀ ਨੂੰ ਇੰਟਰਵਿਊਆਂ ਕਰਾ ਰਹੀਆਂ ਨੇ? ਉਹ ਪਿੱਛੇ ਕੌਣ ਨੇ? ਜਿਹੜੇ ਮੰਤਰੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਰੰਧਾਵਾ ਸਾਹਿਬ ਤੇ ਜਿਹੜੇ ਜਾਖੜ ਸਾਹਿਬ ਇੰਟਰਵਿਊਆਂ ਕਰਕੇ ਸਪੋਰਟ ਕਰ ਰਹੇ ਆ, ਉਹ ਕਿਸ ਬੇਸ ਦੇ ਉੱਤੇ ਇਹਨਾਂ ਚੀਜ਼ਾਂ ਦੀ ਜਿਹੜੀ ਹੈ, ਮੈਂ ਉਹਨਾਂ ਤੋਂ ਅੱਜ ਪੁੱਛਣਾ ਚਾਹੁੰਦਾ ਕਿ ਇਹਦਾ ਜਵਾਬ ਦਿਓ ਸਾਨੂੰ ਕਿ ਤੁਸੀਂ ਬੜੀ ਹਿੱਕ ਠੋਕ ਕੇ ਆ ਕੇ ਉਦੋਂ ਨਾਲ ਪਿੱਛੇ ਵਕਾਲਤ ਕੀਤੀ ਆ, ਤੇ ਹੁਣ ਦੱਸੋ ਵੀ ਆਹ ਜੋ ਕੁਛ ਉਹਨਾਂ ਨੇ ਲਿਖ ਕੇ ਭੇਜਿਆ ਇਹਦੇ ਵਿੱਚ ਤੁਹਾਡਾ ਜਵਾਬ ਕੀ ਹੈ? ਇਸ ਲਈ ਇਹ ਮੈਂ ਸਮਝਦਾ ਬੜਾ ਗੰਭੀਰ ਮਸਲਾ, ਬੜੀ ਗੰਭੀਰ ਸਾਜ਼ਿਸ਼ ਆ।
ਪਰ ਇਹਨੂੰ ਸ਼੍ਰੋਮਣੀ ਅਕਾਲੀ ਦਲ ਲੌਜੀਕਲ ਐਂਡ ਤੱਕ ਲੈ ਕੇ ਜਾਏਗਾ ਕਿ ਫੌਜਦਾਰੀ ਕੇਸ ਵੀ ਕਰਾਵਾਂਗੇ ਔਰ ਇਹਦੇ ਪਿੱਛੇ ਸਾਜ਼ਿਸ਼ ਕੀ ਹੈ ਉਹਨੂੰ ਵੀ ਬੇਨਕਾਬ ਕਰਨ ਵਾਸਤੇ ਅਸੀਂ ਸਾਰੀ ਜਿਹੜੀ ਹੈ ਉਹ ਕੋਸ਼ਿਸ਼ ਜਿਹੜੀ ਹੈ ਕਰਾਂਗੇ। ਇਹ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਇਸ ਕਰਕੇ ਅਚਾਨਕ ਤੁਹਾਨੂੰ ਸਾਰਿਆਂ ਨੂੰ ਖਿੱਚਲ ਦਿੱਤੀ ਹੈ। ਕੋਈ ਹੋਰ ਇਸ ਤੋਂ ਇਲਾਵਾ ਕਿਸੇ ਦਾ ਕੋਈ ਕੁਐਸਚਨ ਹੋਵੇ ਉਹ ਮੈਂ ਇਹ ਦੱਸੋ ਤੁਸੀਂ ਕਿ ਤੁਸੀਂ ਵੀਰਪਾਲ ਕੌਰ ਨੂੰ ਇਹ ਕਿਹਾ ਸੀ ਕਿ ਚੀਮਾ ਸਾਹਿਬ ਤੁਸੀਂ ਵੀਰਪਾਲ ਕੌਰ ਕੋ ਇਹ 2 ਦਿਨ ਦੇ ਵਿੱਚ ਜਵਾਬ ਮੰਗਿਆ ਸੀ ਕਿ ਤੁਸੀਂ ਜਿਹੜੀ ਇੰਟਰਵਿਊ ਦੇ ਵਿੱਚ ਬੋਲਿਆ ਹੈ ਉਸ ਦੇ ਉੱਪਰ ਮਾਫੀ ਮੰਗੀ ਜਾਏ ਨਹੀਂ ਤੇ ਅਗਲੀ ਕਾਰਵਾਈ ਕਰਾਂਗੇ। ਮਾਫੀ ਤਾਂ ਉਹਨਾਂ ਨੇ ਮੰਗ ਲਈ ਪਰ ਇੰਨੀਆਂ ਲੰਬੀਆਂ ਚੌੜੀਆਂ ਗੱਲਾਂ ਲਿਖਣ ਦਾ ਕਾਰਨ ਤੁਹਾਨੂੰ ਕੀ ਨਜ਼ਰ ਆਉਂਦਾ ਹੈ? ਨਹੀਂ ਮੈਂ ਇਹ ਕਹਿਣਾ ਵੀ ਉਸ ਮਾਫੀ ਨੂੰ ਕੀ ਕਹੀਏ, ਸਾਨੂੰ ਆਪਣੀ ਮਾਫੀ ਦੇਣੀ ਜੇ ਸਾਡੇ ਗੁਰੂਆਂ ਦਾ ਹੀ ਤੁਸੀਂ ਅਪਮਾਨ ਕਰਨਾ ਨੋਟਿਸ ਦੇ ਵਿੱਚ ਤੇ ਸਾਡੀ ਮਾਫੀ ਤਾਂ ਗਈ ਢੱਠੇ ਖੂਹ ਦੇ ਵਿੱਚ। ਸਾਡੇ ਕੋਲ ਤਾਂ ਨਾਮ ਹੀ ਕੋਈ ਮੰਗੇ ਕੋਈ ਫਰਕ ਨਹੀਂ ਪੈਂਦਾ, ਪਰ ਕੀ ਤੁਹਾਨੂੰ ਗੁਰੂਆਂ ਬਾਰੇ ਇਹ ਗੱਲਾਂ ਕਹਿਣ ਦੀ ਅਸੀਂ ਇਜਾਜ਼ਤ ਦੇ ਸਕਦੇ ਹਾਂ? ਮਸਲਾ ਇਹ ਹੈ ਜਿਸ ਤਰ੍ਹਾਂ ਤੁਸੀਂ ਚੀਮਾ ਸਾਹਿਬ ਜਿਸ ਤਰ੍ਹਾਂ ਤੁਸੀਂ ਇੱਕ ਪਾਰਟੀ ਦਾ ਵੀ ਨਾਮ ਲਿੱਤਾ ਹੈਗਾ ਕਿ ਇਸ ਦੇ ਪਿੱਛੇ ਸਾਜ਼ਿਸ਼ ਵੀ ਹੈਗੀ ਹੈ ਤੇ ਇਹਦੇ ਵਿੱਚ ਚਾਹੇ ਗੁਰੂ ਗੋਬਿੰਦ ਸਿੰਘ ਜੀ ਹੋਣ ਜਾਂ ਗੁਰੂ ਨਾਨਕ ਦੇਵ ਜੀ ਹੋਣ ਤੇ ਉਹਨਾਂ ਨੂੰ ਲੈ ਕੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਨੇ ਤੇ ਲੱਗਦਾ ਨਹੀਂ ਕਿ ਸਿੱਧਾ ਇਹ ਜਿਹੜੀ ਸਿੱਖ ਕੌਮ ਹੈਗੀ ਹੈ ਇਹਦੇ ਤੇ ਹਮਲਾ ਹੈ। ਨਹੀਂ ਮੈਂ ਇਸ ਤੋਂ ਵੱਡਾ ਕੀ ਹੌਸਲਾ ਹਮਲਾ, ਮੈਂ ਤਾਂ ਕਹਿ ਰਿਹਾ ਨਾ ਕਿ ਉਹ ਕਹਿ ਰਿਹਾ ਕਿ ਸਾਡੇ ਜਿਹੜੀ ਹੈ, ਮੈਂ ਤਾਂ ਉਹਨਾਂ ਦੀ ਲਿਖੀ ਲਾਈਨ ਤੁਹਾਨੂੰ ਦੁਬਾਰਾ ਪੜ੍ਹ ਦੇਣਾ ਸ਼ਾਇਦ ਕਿਸੇ ਨੂੰ ਨਾ ਜੇ ਹੋਏ ਤੇ that the act of doing intentional comparison of His Holiness my Guru Ji with His Holiness ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮੇਰੇ ਗੁਰੂ ਨਾਲ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨਾ ਇਹ ਬਲੈਸਫੇਮਸ ਹੈ, ਇਹ ਨਰਾਦਰ ਹੈ। ਤੇ ਇਸ ਤੋਂ ਮਾੜੀ ਗੱਲ ਕੀ ਹੈ, ਇਹਨਾਂ ਨੂੰ ਭਾਸ਼ਾ ਦਾ ਨਹੀਂ ਪਤਾ ਕਿ ਕੀ ਵਰਤਣੀ ਚਾਹੀਦੀ, ਕੀ ਇਹ ਸਾਜ਼ਿਸ਼ ਨਹੀਂ ਹੈ? ਕੀ ਕੇਸਾਂ ਦੇ ਵਿੱਚ ਬਲਾਤਕਾਰ ਦੇ ਕੇਸ ਦੇ ਵਿੱਚ ਗੁਰਮੀਤ ਰਾਮ ਜੀ ਅੰਦਰ ਹੋਵੇ ਸੁਨਾਰੀਆ ਜੇਲ੍ਹ ਦੇ ਵਿੱਚ, ਉਹਦਾ ਕਿਸ ਤਰ੍ਹਾਂ ਕੰਪੈਰੀਜ਼ਨ ਕੀਤਾ ਜਾ ਸਕਦਾ, ਚਾਹੇ ਉਹ ਗੁਰੂ ਨਾਨਕ ਦੇਵ ਜੀ ਹੋਣ, ਇੰਨੀਆਂ ਪਵਿੱਤਰ ਆਤਮਾਵਾਂ ਦਾ। ਮੈਂ ਤਾਂ ਹੈਰਾਨ ਆ ਨਾ ਕਿ ਜਿੰਨੇ ਬੰਦੇ ਨੂੰ ਸਜ਼ਾ ਹੋਈ ਹੈ ਰੇਪ ਦੇ ਵਿੱਚ ਉਹ ਵੀ ਹਿਜ ਹੋਲੀਨੈਸ ਤੇ ਉਧਰ ਗੁਰੂ ਗੋਬਿੰਦ ਸਿੰਘ ਵੀ ਹਿਜ ਹੋਲੀਨੈਸ, ਉਧਰ ਗੁਰੂ ਨਾਨਕ ਸਾਹਿਬ ਵੀ ਹਿਜ ਹੋਲੀਨੈਸ ਤੇ ਉਧਰ ਫਿਰ ਉਹੀ ਹਿਜ ਹੋਲੀਨੈਸ। ਇੱਕ ਚੀਮਾ ਸਾਹਿਬ ਅੱਜ ਯੂਥ ਕਾਂਗਰਸ ਦੇ ਜਿਹੜੇ ਅਲੱਗ-ਅਲੱਗ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਇੱਕ ਵੀਡੀਓ ਅਪਲੋਡ ਕੀਤੀ ਹੈਗੀ ਆ ਆਪਣੀ ਫੇਸਬੁੱਕ ਦੇ ਉੱਤੇ, ਉਹਦੇ ਵਿੱਚ ਵੀ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਹਾਂਜੀ ਜਿਸ ਤਰ੍ਹਾਂ ਅੱਜ ਇੱਕ ਵੀਡੀਓ ਅਪਲੋਡ ਕੀਤੀ ਗਈ ਆ ਫੇਸਬੁੱਕ ਤੇ, ਉਹਦੇ ਤੇ ਅਕਾਲੀ ਦਲ ਨੂੰ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਬਾਬੇ ਦੇ ਨਾਲ ਗੁਰਮੀਤ ਰਾਮ ਰਹੀਮ ਦੇ ਨਾਲ ਅਕਾਲੀ ਦਲ ਨੇ ਪੀਂਘਾਂ ਪਾਈਆਂ। ਦੇਖੋ ਮੈਂ ਸਮਝਦਾ ਕਿ ਅਕਾਲੀ ਦਲ ਦੇ ਖਿਲਾਫ ਕਿਉਂਕਿ ਇਲੈਕਸ਼ਨ ਨੇੜੇ ਆ ਗਈ, ਗਵਰਨਮੈਂਟ ਟੋਟਲੀ ਫੇਲ ਹੋ ਗਈ, ਇੱਕ ਪੈਸੇ ਦੀ ਪਰਫਾਰਮੈਂਸ ਨਹੀਂ ਹੈ, ਇਸ ਕਰਕੇ ਧਾਰਮਿਕ ਤੌਰ ਦੇ ਉੱਤੇ ਸਾਜ਼ਿਸ਼ ਫਿਰ ਸ਼ੁਰੂ ਹੋ ਗਈ ਔਰ ਇਹ ਉਹਨਾਂ ਚੀਜ਼ਾਂ ਦਾ ਹੀ ਹਿੱਸਾ, ਕਿਤੇ ਵੀਡੀਓ ਪਾਉਣੀਆਂ, ਕਿਤੇ ਇੰਟਰਵਿਊਆਂ ਕਰਾਉਣੀਆਂ, ਕਿਤੇ ਬਾਕੀ ਕੁਝ ਕਰਨਾ, ਇਹ ਸਾਰਾ ਪਲੈਨਡ ਹੋ ਰਿਹਾ। ਪਰ ਮੈਂ ਗਵਰਨਮੈਂਟ ਨੂੰ ਕਹਿਣਾ ਚਾਹੁੰਦਾ ਕਿ ਇਹ ਨਾ ਜਿਹੜੀ ਹੈਗੀ ਹੈ ਸੂਬੇ ਦੇ ਹਿੱਤ ਦੇ ਵਿੱਚ ਹੈ ਨਾ ਲੋਕਾਂ ਦੇ ਹਿੱਤ ਵਿੱਚ ਹੈ। ਤੁਹਾਡਾ ਕਹਿਣ ਦਾ ਮਤਲਬ ਹੈ ਵੀ ਜਿਹੜੀ 295 ਦਾ ਅਸੀਂ ਮਾਮਲਾ ਦਰਜ ਕਰਵਾਵਾਂਗੇ ਗਵਰਨਮੈਂਟ ਤੇ ਉਹਨਾਂ ਦਾ ਧਿਆਨ ਡਿਵਰਟ ਕੀਤਾ ਜਾ ਰਿਹਾ ਹੈਗਾ ਵੀ ਸਾਰਾ, ਚਾਹੇ ਉਹ ਸ਼ਰਾਬ ਸਕੈਮ ਹੋਵੇ, ਫੂਡ ਸਕੈਮ ਹੋਵੇ ਜਾਂ ਦੂਸਰੇ ਜਿਹੜੇ ਸਕੈਮ ਹੋਏ ਨੇ, ਵੀ ਲੋਕਾਂ ਦਾ ਧਿਆਨ ਧਾਰਮਿਕ ਮੁੱਦਿਆਂ ਤੇ ਲਾ ਕੇ ਉਧਰ ਨੂੰ ਡਿਵਰਟ ਕਰ ਦਿੱਤਾ ਜਾਵੇ। ਜਾਖੜ ਸਾਹਿਬ ਨੂੰ ਹੋਲਸੇਲ ਜ਼ਿੰਮੇਵਾਰੀ ਇਸੇ ਗੱਲ ਦੀ ਦਿੱਤੀ ਗਈ ਹੈ ਕਿ ਸਾਰਾ ਦਿਨ ਕੂੜ ਤੇ ਝੂਠ ਤੇ ਸਾਜ਼ਿਸ਼ਾਂ ਰਚ ਕੇ ਤੇ ਅਕਾਲੀ ਦਲ ਦੀ ਤੇ ਸਿੱਖ ਲੀਡਰਸ਼ਿਪ ਦੀ ਬਦਨਾਮੀ ਕਰਨੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਹਮਲੇ ਕਰਨੇ, ਇੱਕ ਟਾਸਕ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਸਾਰਾ। ਇਹੀ ਮੈਂ ਕਹਿ ਰਿਹਾ ਕਿ ਇਹ ਚੀਜ਼ਾਂ ਆਈਸੋਲੇਸ਼ਨ ਦੇ ਵਿੱਚ ਨਹੀਂ ਦੇਖੀਆਂ ਜਾ ਸਕਦੀਆਂ, ਇੱਕ ਪੂਰਾ ਇੱਕ ਲਗਾਤਾਰ ਕੜੀ ਹੈ, ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਇੱਕ ਵਾਰੀ ਚੱਲ ਗਿਆ ਇਹ ਕੰਮ, ਪਿਛਲੀ ਵਾਰੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਕੱਠੇ ਹੋ ਕੇ ਕਰ ਲਿਆ। ਅੱਜ ਮੈਂ ਇਹਨਾਂ ਦੀ ਸਾਰਿਆਂ ਲੀਡਰਸ਼ਿਪ ਨੂੰ ਪੁੱਛਦਾ ਨਾ ਕਿ ਆਹ ਜਿਹੜੀਆਂ ਗੱਲਾਂ ਨੇ ਇਹਨਾਂ ਹੁਣ ਜਵਾਬ ਦੇਣ ਵੀ ਕੌਣ ਇਹਨਾਂ ਦੇ ਪਿੱਛੇ ਆ, ਕਿ ਇਦਾਂ ਕਿਸੇ ਦੀ ਹਿੰਮਤ ਪੈ ਸਕਦੀ ਹੈ? ਚੀਮਾ ਸਾਹਿਬ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਹੋਰਾਂ ਦੇ ਉੱਤੇ ਰਚੀ ਜਾ ਰਹੀ ਹੈ, ਤੁਸੀਂ ਜਿਹੜਾ 295 ਇਹ ਕੇਸ ਦੀ ਗੱਲ ਕਰ ਰਹੇ ਹੋ, ਉਹ ਹੁਣ ਸਿਰਫ ਵੀਰਪਾਲ ਕੌਰ ਦੇ ਨਾਮ ਦੀ ਕਰਵਾਓਗੇ ਜਾਂ ਤੁਸੀਂ ਨਾਮ ਜਿਹੜੇ ਲੈ ਲਓ ਨੀਲ ਜਾਖੜ, ਸੁਖਿੰਦਰ ਰੰਧਾਵਾ, ਇਹਨਾਂ ਦੇ ਖਿਲਾਫ ਵੀ ਮਤੇ? ਨਹੀਂ, ਪਹਿਲਾਂ ਤਾਂ ਜੋ ਸਾਡੇ ਕੋਲ ਸਾਡੇ ਸਾਹਮਣੇ ਜਿਹੜੀ ਬਲੈਸਫੇਮੀ ਹੋਈ ਆ
ਜਿਹੜੀ ਭਾਵਨਾਵਾਂ ਦੇ ਨਾਲ ਖਿਲਵਾੜ ਹੋਇਆ, ਜਿਹੜੀਆਂ ਭਾਵਨਾਵਾਂ ਹਰਟ ਹੋਈਆਂ, ਪਹਿਲਾਂ ਤਾਂ ਅਸੀਂ ਇਹਨਾਂ ਤੇ ਕਰਾਵਾਂਗੇ। ਇਹ ਲੀਗਲ ਟੀਮ ਸਾਡੀ ਲੱਗੀ ਹੋਈ ਹੈ ਡਰਾਫਟ ਕਰਨ ਵਾਸਤੇ, ਪਹਿਲਾਂ ਤਾਂ ਅਸੀਂ ਇਹਨਾਂ ਤੇ ਕਰਾਵਾਂਗੇ। ਪਰ ਅਸੀਂ ਚਾਹਾਂਗੇ ਕਿ ਇਹ ਸਾਜ਼ਿਸ਼ ਸਾਰੀ ਜਿਹੜੀ ਹੈ ਬੇਨਕਾਬ ਹੋਵੇ, ਕਿ ਇਲੈਕਸ਼ਨਾਂ ਦੇ ਵਾਸਤੇ ਵਾਰ-ਵਾਰ ਜਿਹੜੀ ਹੈਗੀ ਹੈ ਗੁਰੂਆਂ ਦੇ ਇਸ ਹੱਦ ਤੱਕ ਜਿਹੜੀ ਹੈਗੀ ਹੈ ਗੱਲਾਂ ਉੱਠਣੀਆਂ, ਇਹ ਕਿਸੇ ਵੀ ਤਰੀਕੇ ਜਿਹੜੀਆਂ ਹੈਗੀਆਂ ਕਿਸੇ ਸੱਭਿਅਕ ਸਮਾਜ ਦੇ ਵਿੱਚ ਕਦੀ ਵੀ ਠੀਕ ਨਹੀਂ ਠਹਿਰਾਈਆਂ ਜਾ ਸਕਦੀਆਂ। ਇਹ ਕਿਸੇ ਸੂਬੇ ਦੇ ਹਿੱਤ ਦੇ ਵਿੱਚ ਨਹੀਂ ਹੈ। ਚੀਮਾ ਜੀ, ਤੁਸੀਂ ਸਮਝਦੇ ਹੋ ਕਿ ਜਿਹੜੇ ਹਿਸਾਬ ਦੇ ਨਾਲ ਪਹਿਲਾਂ ਵਾਲਾ ਮਸਲਾ ਹੋਇਆ, ਹੁਣ ਇਹ ਮਾਫੀ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖੀ ਜਾਣੀਆਂ, ਸਾਫ਼ ਤੌਰ ਤੇ ਧਿਆਨ ਭਟਕਾਉਣਾ ਹੈ ਕਿ ਉਹ ਮਕਸਦ ਨੂੰ ਆਪਦੇ ਨੂੰ ਹੱਲ ਕੀਤਾ ਜਾ ਸਕੇ, ਕਿ ਅਸਲ ਜਿਹੜੀਆਂ ਚੀਜ਼ਾਂ ਨੇ ਹੈਗੀਆਂ ਸਰਕਾਰ ਦੀ ਗੱਲ ਹੋਵੇ ਵੀ ਕੀ ਕੁਝ ਕੀਤਾ ਉਹਨਾਂ ਨੇ ਜਾਂ ਨਹੀਂ ਕੀਤਾ ਹੈਗਾ, ਫਿਰ ਮਾਫੀ ਦੇ ਵਿੱਚ ਇੱਕ ਨਵਾਂ ਮਸਲਾ ਖੜਾ ਕਰ ਦੇਣਾ। ਨਹੀਂ, ਮੈਂ ਤੁਹਾਨੂੰ ਕਹਿਣਾ ਕਿ ਇਹ ਲੀਗਲ ਲੈਂਗੁਏਜ ਨਹੀਂ ਹੈਗੀ ਕਦੀ ਵੀ ਇਸ ਤਰ੍ਹਾਂ ਦੀ। ਬੜੇ ਨੋਟਿਸ ਅੱਗੇ ਵੀ ਤੁਸੀਂ ਵੀ ਦੇਖੇ ਆ, ਬੜਾ ਤੁਹਾਡਾ ਸਾਰਿਆਂ ਦਾ ਤਜਰਬਾ ਹੈ ਕਿ ਵਿੱਚ ਪੋਲੀਟੀਕਲ ਕਟਾਕਸ਼ ਵੀ ਕੀਤੇ ਜਾ ਰਹੇ ਆ, ਠੀਕ ਹੈ ਨਾ। ਅਕਾਲੀ ਦਲ ਵੀ ਦਿਖਾਏ ਜਾ ਰਹੇ ਆ ਵੀ ਅਕਾਲੀ ਦਲ ਤੇ ਕੋਨਾ ਅਕਾਲੀ ਦਲਾਂ ਦੇ ਵਿੱਚੋਂ ਹੀ ਇੱਕ ਅਕਾਲੀ ਦਲ ਆ, ਠੀਕ ਹੈ ਨਾ। ਮੇਨ ਪਾਰਟੀ ਨੂੰ ਕਿਸ ਤਰੀਕੇ ਪੇਸ਼ ਕੀਤਾ ਜਾ ਰਿਹਾ, ਅਕਾਲੀ ਲੀਡਰਸ਼ਿਪ ਨੂੰ ਸਟਾਰਟਿੰਗ ਦੇ ਉੱਤੇ ਕਿਸ ਤਰੀਕੇ ਪੇਸ਼ ਕੀਤਾ ਜਾ ਰਿਹਾ, ਔਰ ਪਿੱਛੇ ਜਾ ਕੇ ਜਿਹੜੇ ਆ ਬੜੇ ਗੰਭੀਰ ਧਾਰਮਿਕ ਹਮਲੇ ਕੀਤੇ ਜਾ ਰਹੇ। ਇਸ ਕਰਕੇ ਇਹ ਦੋਨੇ ਚੀਜ਼ਾਂ ਇਕੱਠੀਆਂ ਦੇਖਣੀਆਂ ਪੈਣਗੇ ਤੁਹਾਨੂੰ। ਹਾਂਜੀ, ਕੁਐਸਚਨ ਰਿਪੀਟ ਕਰੋਗੇ ਜਰਾ। ਮੈਂ ਕਿਹਾ ਵੀ ਸੜਕਾਂ ਦੇ ਅਕਾਲੀ ਦਲ ਉੱਤਰ ਸਕਦਾ 295 ਇਹਨੂੰ ਲੈ। ਨਹੀਂ, ਪਹਿਲਾਂ ਤਾਂ ਅਸੀਂ ਜਾਵਾਂਗੇ, ਜਿਹੜਾ ਤਰੀਕਾ ਹੈਗਾ ਕਿ ਜਾ ਕੇ ਐਸਐਸਪੀਆਂ ਨੂੰ ਅਸੀਂ ਦਿਆਂਗੇ ਕਿ ਇਹਦੇ ਉੱਤੇ ਪਰਚੇ ਦਰਜ ਕੀਤੇ ਜਾਣ। ਉਸ ਤੋਂ ਬਾਅਦ ਜੇ ਨਹੀਂ ਕਰਨਗੇ ਫਿਰ ਅਗਲਾ ਪਾर्टी ਦੀ कोर कमेटी ਉੱਤੇ फैसला करेगी। कुछ दिन पहले ना एक प्रेस कॉन्फ्रेंस हुई थी चंडीगढ़ प्रेस क्लब में, जिसमें डेरा सच्चा सौदा की लीगल यूनिट के लोग आए थे और पंजाब की जो उनकी पॉलिटिकल यूनिट है उसके भी लोग थे। तो उन्होंने कहा कि जी जो हमने 2017 के चुनाव थे उसमें हमने खुलकर अकाली दल बीजेपी का जो गठबंधन था उसको हमने सपोर्ट कर दिया, इस वजह से हमें पंजाब सरकार अब इस पूरे मामले में फंसा रही है। लेकिन आपकी बातों से निकल रहा है कि आप ये कह रहे हैं कि कांग्रेस डेरा सच्चा सौदा के कुछ लोगों का इस्तेमाल करके अकाली दल को डिफेम कर रही है, धर्म के नाम पर सुखबीर बादल को टारगेट कर रही है। तो क्या इन फ्यूचर में अगर डेरा सच्चा सौदा कभी वॉलंटरी, उनकी एक पॉलिटिकल यूनिट है, वो हर इलेक्शन से पहले, पंजाब इलेक्शन से पहले सपोर्ट करने का ऐलान करती है, अगर वो कहते हैं कि हम अभी भी सपोर्ट करेंगे अकाली दल को, तो क्या आप लोग एक्सेप्ट करेंगे या आप मानते हैं कि वो साजिश कर रहे हैं तो उनसे अब किस तरह का कोई मतलब नहीं आता? देखो, मैं बड़ा क्लीयर कट कहना कि साडे वास्ते गुरु साहबान पहला है, राजनीति बाद च। राजनीति बहुत छोटी जिहड़ी खेड है, लेकिन धर्म का इस तरीके अपमान होना एक किसी भी तरीके सहन नहीं किया जा सकता। पहला भी जिहड़ियां गल्लां ਉਹਦੇ ਚ ਇੰਟਰਵਿਊਆਂ ਚ ਕੀਤੀਆਂ ਗਈਆਂ ਗਲਤ ਸੀਗੀਆਂ। ਤੁਸੀਂ ਇਹ ਦੇਖੋ ਕਿ ਸਾਡਾ ਰਿਜ਼ਲਟ ਕੀ ਸੀ 2017 ਦਾ, ਤੇ ਜਿਨ੍ਹਾਂ ਸੀਟਾਂ ਦੇ ਉੱਤੇ ਉਹਨਾਂ ਦੇ ਜਿਹੜੇ ਵੋਟ ਬੈਂਕ ਸੀਗਾ ਉੱਥੇ ਦਾ ਰਿਜ਼ਲਟ ਕੀ ਸੀ, ਕਿਹਨੂੰ ਵੋਟਾਂ ਪਈਆਂ। ਬਦਨਾਮ ਕਰਨ ਵਾਸਤੇ ਕੋਈ ਕਿਸੇ ਨੂੰ ਵੀ ਕੁਝ ਵੀ ਕਹਿ ਸਕਦਾ, ਪਰ ਇਹ ਸਾਰਿਆਂ ਨੂੰ ਪਤਾ ਹਕੀਕਤ ਕਿ ਕਾਂਗਰਸ ਨੂੰ ਕਿਸ ਤਰੀਕੇ ਸਪੋਰਟ ਉੱਥੋਂ ਮਿਲਦੀ ਰਹੀ ਆ, ਸ਼ਰੇਆਮ ਮਿਲਦੀ ਰਹੀ ਆ। ਕਾਂਗਰਸ ਦੇ ਲੀਡਰ ਜਾਂਦੇ ਰਹੇ ਆ, ਮੁੱਖ ਮੰਤਰੀ ਸਾਹਿਬ ਆਪ ਜਾਂਦੇ ਰਹੇ ਆ, ਹੈਲੀਕਾਪਟਰਾਂ ਦੀਆਂ ਫੋਟੋਆਂ, ਸਾਰਾ ਕੁਝ ਤੁਹਾਡੇ ਸਾਹਮਣੇ, ਤੁਸੀਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇਖੀਆਂ। ਜਿਵੇਂ ਸਰ ਪਹਿਲਾਂ ਵੀ ਸਵਾਲ ਆ ਗਿਆ ਹੈ, ਇੱਕ ਵਾਰ ਫਿਰ ਦੁਬਾਰਾ ਮੈਂ ਉਹੀ ਵੈਸੇ ਪੁੱਛਣਾ ਚਾਹਾਂਗਾ ਕਿ ਜਿਹੜੀ ਤੁਸੀਂ ਕਾਰਵਾਈ ਕਰਵਾ ਰਹੇ ਹੋ, ਜਿਹੜੀ ਕੱਲ ਤੁਸੀਂ ਕਹਿ ਰਹੇ ਹੋ ਕਿ ਵੀਰਪਾਲ ਕੌਰ ਦੇ ਖਿਲਾਫ 295A ਦਾ ਮਾਮਲਾ ਦਰਜ ਕਰਾਣਾ ਹੈ, ਕਾਂਗਰਸ ਵੱਲੋਂ ਵੀ ਤੁਹਾਨੂੰ ਕਾਫੀ ਜ਼ਿਆਦਾ ਡਿਫੇਮ ਕੀਤਾ ਗਿਆ, ਸੁਖਬੀਰ ਬਾਦਲ ਨੂੰ ਜਿਹੜਾ ਉਹਨਾਂ ਵੱਲੋਂ ਇੱਕ ਪ੍ਰੋਪੇਗੈਂਡਾ ਬਣਾਇਆ ਗਿਆ, ਕਿ ਕਾਂਗਰਸ ਦੇ ਲੀਡਰਾਂ ਦੇ ਖਿਲਾਫ ਵੀ ਕੋਈ ਤੁਸੀਂ ਕੋਈ ਪ੍ਰਦਰਸ਼ਨ ਵਗੈਰਾ ਕਰੋਗੇ ਇਸ ਨੂੰ ਲੈ ਕੇ? ਪਹਿਲਾਂ ਜਿਹੜੇ ਸਬੂਤ ਆ ਇਹਦੇ ਆਧਾਰ ਦੇ ਉੱਤੇ ਅਸੀਂ ਜਿਹੜੀ ਹੈਗੀ ਆ FIR ਲੌਂਚ ਕਰਾਵਾਂਗੇ। ਬਾਕੀ ਜਿਹੜੀ ਕੌਨਸਪੀਰੇਸੀ ਆ ਉਹ ਫਿਰ ਇਨਵੈਸਟੀਗੇਸ਼ਨ ਏਜੰਸੀ ਦਾ ਕੰਮ ਹੈ, ਉਹ 'ਚ ਐਕਸਪੋਜ਼ ਕਰਨੀ। ਮੈਂ ਕਹਿ ਰਿਹਾ ਕਿ ਇਹਦੇ ਪਿੱਛੇ ਕੌਨਸਪੀਰੇਸੀ ਆ, ਡੀਪ ਰੂਟਡ ਕੌਨਸਪੀਰੇਸੀ ਆ, ਪੋਲੀਟੀਕਲ ਕੌਨਸਪੀਰੇਸੀ ਆ। ਮੈਂ ਬੜਾ ਜ਼ਿੰਮੇਵਾਰੀ ਨਾਲ ਕਹਿ ਰਿਹਾ, ਪਰ ਉਹ ਐਕਸਪੋਜ਼ ਜਿਹੜੀ ਆ ਉਹ ਹੋਣੀ ਚਾਹੀਦੀ ਆ, ਉਹ ਇਨਵੈਸਟੀਗੇਸ਼ਨ ਏਜੰਸੀ ਦਾ ਕੰਮ ਹੈ। ਮੇਰਾ ਖਿਆਲ ਹੈ ਕਿ ਤੁਸੀਂ ਗੰਭੀਰਤਾ ਇਸ਼ੂ ਦੀ ਨੂੰ ਦੇਖ ਕੇ ਹੋ ਤੇ ਇਦਾਂ ਦੇ ਕੁਐਸਚਨ ਨਹੀਂ ਬਣਦੇ। ਤੁਸੀਂ ਡਿਲੂਟ ਕਰਨ ਦੀ ਨਾ ਕੋਸ਼ਿਸ਼ ਕਰੋ, ਇਦਾਂ ਦੇ ਕੁਐਸਚਨ ਪੁੱਛ ਕੇ। ਅੱਜ ਬਹੁਤ ਸੀਰੀਅਸ ਮਸਲਾ,
ਮੈਂ ਤੁਹਾਨੂੰ ਵਾਰਡਿੰਗ ਪੜ੍ਹ ਕੇ ਦੱਸੀ ਆ। ਯੂ ਸ਼ੁਡ ਨਾਟ ਇਹਨੂੰ ਛੋਟੀ ਪੋਲਿਟਿਕਸ ਦੇ ਵਿੱਚ ਨਾ ਉਲਝਾਉਣ ਦੀ ਕੋਸ਼ਿਸ਼ ਕਰੋ। ਮੇਰੀ ਤੁਹਾਨੂੰ ਵੀ ਇੱਕ ਅਪੀਲ ਹੈ, ਇਹ ਧਾਰਮਿਕ ਮੁੱਦਾ ਹੈਗਾ, ਬਹੁਤ ਗੰਭੀਰ ਮੁੱਦਾ। ਇਹਨਾਂ ਚੀਜ਼ਾਂ ਦੇ ਨਾਲ ਹੀ ਪੰਜਾਬ ਦੀ ਅਮਨ ਸ਼ਾਂਤੀ ਜੁੜੀ ਹੋਈ ਹੈ। ਹਰ ਥਾਂ ਦੇ ਉੱਤੇ ਪੁਆਇੰਟਡ ਪੋਲੀਟੀਕਲ ਕੁਐਸਚਨ ਕਰਕੇ ਤੇ ਇਸ਼ੂ ਨੂੰ ਡਿਵਰਟ ਕਰਨ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਜਦੋਂ ਇਲੈਕਸ਼ਨ ਆਊਗੀ ਤੁਹਾਡੇ ਸਾਹਮਣੇ ਆ ਜਾਣਾ ਸਾਰਾ ਕੁਝ ਕੀ ਹੋਣਾ। ਇਹ ਕੁਐਸਚਨ ਡਾਕਟਰ ਸਾਹਿਬ ਨੂੰ ਵੀ ਪੁੱਛਿਆ ਸੀ, ਉਹਨਾਂ ਨੇ ਸਾਫ਼ ਮਨਾ ਕਰਤਾ ਸੀ ਕਿ ਉਹ ਨਹੀਂ ਸਮਰਥਨ ਲੈਣਗੇ। ਨਹੀਂ, ਮੈਂ ਇਸ਼ੂ ਨੂੰ ਅੱਜ ਨਹੀਂ ਲੈਣਾ ਚਾਹੁੰਦਾ। ਇਹ ਇਸ਼ੂ ਦੇ ਬਹੁਤ ਮੌਕੇ ਆਉਣਗੇ, ਬੜੀਆਂ ਪੋਲੀਟੀਕਲ ਕਾਨਫਰੰਸਾਂ ਹੋਣਗੀਆਂ, ਲੇਕਿਨ ਅੱਜ ਸੈਂਟੀਮੈਂਟਲ ਇੱਕ ਬਹੁਤ ਵੱਡਾ ਇਸ਼ੂ ਆ। ਮੈਂ ਕਿਹਾ ਅੱਜ ਬੜਾ ਵੱਡਾ ਇਸ਼ੂ ਹੈ, ਇਸ ਕਰਕੇ ਕਿਰਪਾ ਕਰਕੇ ਜਿਹੜੀ ਗੰਭੀਰ ਇਸ਼ੂ ਹੈ ਨਾ, ਇਹ ਫਿਰ ਜਦੋਂ ਆਪਾਂ ਅਨਲਿਮਿਟਡ ਡਿਸਕਸ਼ਨ ਚੱਲ ਪੈਂਦੀ ਹੈ, ਫਿਰ ਮੇਨ ਇਸ਼ੂ ਜਿਹੜਾ ਉਹ ਬੈਕ ਤੇ ਰਹਿੰਦਾ। ਇਹ ਜਿਹੜੀਆਂ ਐਲੀਗੇਸ਼ਨਾਂ ਨੇ ਬਹੁਤ ਸੀਰੀਅਸ ਨੇ, ਇਸ ਕਰਕੇ ਮੈਂ ਸਾਰਿਆਂ ਨੂੰ ਤੁਹਾਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹਨਾਂ ਨੂੰ ਜਿਹੜੀ ਹੈਗੀ ਹੈ ਇਸ ਸੱਚਾਈ ਨੂੰ ਲੱਭਣ ਦੀ ਜ਼ਰੂਰ ਤੁਸੀਂ ਵੀ ਕੋਸ਼ਿਸ਼ ਕਰੋ। ਬੜੀ ਵੱਡੀ ਜ਼ਿੰਮੇਵਾਰੀ ਇੱਥੇ ਮੀਡੀਆ ਦੀ ਵੀ। ਚੀਮਾ ਸਾਹਿਬ, ਅਸੀਂ ਇੱਕ ਇੰਟਰਵਿਊ ਕੀਤੀ ਸੀਗੀ ਆਸ਼ਾ ਕੁਮਾਰੀ ਦੀ। ਆਸ਼ਾ ਕੁਮਾਰੀ ਨੇ ਕਿਹਾ ਸੀਗਾ ਕਿ ਸਾਨੂੰ ਡੇਰੇ ਦੇ ਵੋਟਾਂ ਮੰਗਣ ਦੇ ਜਾਣ ਦੇ ਵਿੱਚ ਕੋਈ ਹਰਜ ਨਹੀਂ ਹੈਗਾ, ਜਿਹੜਾ ਵੀ ਵੋਟਰ ਹੋਊਗਾ ਅਸੀਂ ਉਹਨਾਂ ਦੇ ਕੋਲ ਜਾਵਾਂਗੇ। ਉਹ ਮੁੱਕਰ ਹੀ ਨਹੀਂ ਸਕਦੇ। ਮੈਂ ਕਿਹਾ ਵੀ ਬੜੀਆਂ ਉਹਨਾਂ ਦੇ ਬੜੇ ਪੱਕੇ ਸਬੂਤ ਨੇ, ਇਸ ਕਰਕੇ ਚੰਗੀ ਗੱਲ ਹੈ। ਨਹੀਂ ਜਾਵਾਂਗੇ, ਲੇਕਿਨ ਜਿਹੜਾ ਕਿਆ ਹੁਣ ਕੀ ਹੋ ਰਿਹਾ, ਹੁਣ ਵੀ ਇਹੀ ਕੁਛ ਹੋ ਰਿਹਾ। ਉਹਨੇ ਇਹ ਗੱਲ ਕਹੀ ਕਿ ਅਸੀਂ ਜਿਹੜੇ ਡੇਰੇ ਦੇ ਵੋਟਰ ਹੈਗੇ ਨੇ, ਹਰੇਕ ਵੋਟਰ ਦੇ ਕੋਲ ਕਾਂਗਰਸ ਪਹਿਲ ਦੇ ਤੌਰ ਤੇ ਜਾਊਗੀ 2022 ਦੇ ਚੋਣਾਂ ਨੂੰ ਲੈ ਕੇ। ਨਹੀਂ, ਮੈਂ ਕਿਹਾ ਨਾ ਪਿਆ ਹੁਣ ਵੀ ਕੀ ਹੋ ਰਿਹਾ, ਇਹ ਸਾਰੀ ਵੋਟ ਬੈਂਕ ਰਾਜਨੀਤੀ ਹੋ ਰਹੀ ਹੈ, ਹੋਰ ਕੀ ਹੋ ਰਿਹਾ। ਇਸ ਕਰਕੇ ਉਹਨਾਂ ਨੇ ਹੋਰ ਤਰੀਕੇ ਕਹਿਤਾ, ਪੰਜਾਬ ਵਾਲੇ ਹੋਰ ਤਰੀਕੇ ਕਰ ਰਹੇ ਆ ਕੰਮ ਤੇ ਸਾਰਾ। ਮੈਂ ਇਸੇ ਕਰਕੇ ਕਹਿ ਕੇ ਇਹਦੇ ਪਿੱਛੇ ਸਾਜ਼ਿਸ਼ ਹੈ। ਤੁਸੀਂ ਇਹ ਗੱਲ ਮੰਨਦੇ ਹੋ ਵੀ ਹੁਣ ਜਿਹੜੀ ਬਿੱਲੀ ਹੈਗੀ ਹੈ ਥੈਲੇ ਤੋਂ ਬਾਹਰ ਆ ਗਈ ਹੈ? ਨਹੀਂ, ਬਿੱਲੀ ਤਾਂ ਪਹਿਲਾਂ ਦੀ ਆਈ ਹੋਈ ਹੈ ਬਾਹਰ। ਆ ਹੁਣ ਸਬੂਤ ਨਾਲ ਹੋਰ ਨਜ਼ਰ ਆਈ ਜਾਂਦੇ ਆ। ਬਿੱਲੀ ਤਾਂ ਪਹਿਲਾਂ ਵੀ ਕੋਈ ਇਹ ਨਹੀਂ ਕਿ ਕੋਈ ਭੁਲੇਖਾ ਸੀਗਾ ਵੀ ਇਹਨਾਂ ਨੇ ਕੀ ਕੁਛ ਕੀਤਾ, ਪਰ ਹੁਣ ਡੇ ਬਾਈ ਡੇ ਸਬੂਤ ਹੋਰ ਐਡ ਹੋਈ ਜਾਂਦੇ ਆਪਣੇ ਆਪ ਹੀ। ਜਿਹੜੇ ਆ ਕੁਦਰਤ ਬੜੀ ਮਿਹਰਬਾਨ ਹੈ, ਆਪਣੇ ਆਪ ਹੀ ਸਬੂਤ ਅੱਗੇ ਤੋਂ ਅੱਗੇ ਜਿਹੜੇ ਆ ਨਾਲ ਜੁੜੀ ਜਾ ਰਹੇ। ਪਰ ਚੀਮਾ ਸਾਹਿਬ ਇੱਕ ਦੱਸੋ ਵੀ ਤੁਹਾਡੀ ਆਵਾਜ਼ ਨਹੀਂ ਬੰਦ। ਕਾਂਗਰਸ ਹਾਈ ਕਮਾਂਡ ਕੁਝ ਕਹਿ ਰਹੀ ਹੈ, ਆਸ਼ਾ ਕੁਮਾਰੀ ਕੁਝ ਕਹਿ ਰਹੀ ਹੈ ਤੇ ਸਟੇਟ ਦਾ ਪ੍ਰਧਾਨ ਕੁਝ ਕਹਿ ਰਿਹਾ ਹੈਗਾ। ਇਹ ਤਾਂ ਉਹਨਾਂ ਨੂੰ ਪੁੱਛ ਲਓ। ਵੈਸੇ ਉਹਨਾਂ ਤਿੰਨਾਂ ਦੇ ਵਰਸ਼ਨ ਤਾਂ ਜ਼ਿਆਦਾ ਬੈਟਰ ਹੈ। ਗੱਲ ਤੇ ਹੈ ਕਿ ਸਾਨੂੰ ਤੇ ਇਹ ਪਤਾ ਹੈ ਕਿ ਹੁਣ ਇਹ ਜੋ ਮਰਜ਼ੀ ਕਰ ਲੈਣ, ਜਿਹੜੀ ਸਥਿਤੀ ਕਾਂਗਰਸ ਦੀ ਬਣ ਗਈ, ਇਹਦੇ ਡੁੱਬਦੇ ਜਹਾਜ਼ ਨੂੰ ਕੋਈ ਬਚਾ ਨਹੀਂ ਸਕਦਾ। ਹੁਣ ਤਾਂ ਸਾਰੇ ਛਾਲਾਂ ਮਾਰਨ ਨੂੰ ਤਿਆਰ ਹੋਏ ਬੈਠੇ ਆ। ਇਸ ਕਰਕੇ ਪਰ ਸਾਨੂੰ ਇਸ ਵੇਲੇ ਜਿਹੜਾ ਗੰਭੀਰ ਮਸਲਾ ਹੈਗਾ ਉਹਦੇ ਤੇ ਮੈਂ ਰਹਿਣਾ ਚਾਹੁੰਦਾ। ਪੋਲੀਟੀਕਲ ਤੇ ਹਾਲੇ ਅੱਗੇ ਆਵਾਂਗੇ ਕਾਫੀ। ਮੰਨਦੀ ਹੈ ਵੀ ਹੁਣ ਅਕਾਲੀ ਦਲ ਸੜਕਾਂ ਤੇ ਉਤਰ ਜੂਗਾ ਇਸ ਮਸਲੇ ਨੂੰ ਲੈ ਕੇ? ਨਹੀਂ, ਇਹ ਤਾਂ ਬਹੁਤ ਵੱਡਾ ਮਸਲਾ। ਇਹ ਤੇ ਕੋਈ ਇਹਦੇ ਤੇ ਕੋਈ ਦੋ ਰਾਵਾਂ ਨਹੀਂ ਹੈ। ਇਹ ਤੇ ਇਨਸਾਫ ਅਸੀਂ ਲੈ ਕੇ ਰਵਾਂਗੇ, ਸਾਡੀ ਡਿਊਟੀ ਬਣਦੀ ਆ। ਜੇ ਅਸੀਂ ਇਸ ਚੀਜ਼ ਦਾ ਵੀ ਹੱਲ ਨਾ ਕਰਾ ਸਕੀਏ ਤਾਂ ਫਿਰ ਤਾਂ ਸਾਡਾ ਕੀ ਫਾਇਦਾ। ਥੈਂਕ ਯੂ ਜੀ, ਮਿਹਰਬਾਨੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।